ਮੋਰਨਿੰਗ ਡੀਅਰ ਸਟੂਡੈਂਟਸ। ਰਾਜੇ ਆਪਾਂ ਪਿਛਲੇ ਦਿਨੀ ਹਿਸਟਰੀ ਦਾ ਲੈਸਨ ਸ਼ੁਰੂ ਕੀਤਾ ਸੀ ਗੁਰੂ ਨਾਨਕ ਦੇਵ ਜੀ ਲਾਈਫ ਐਂਡ ਕੰਟੈਂਪਰੇਰੀ ਸੁਸਾਇਟੀ। ਉਸ ਦੇ ਵਿੱਚ ਆਪਾਂ ਪਿੱਛੇ ਗੁਰੂ ਜੀ ਦੀਆਂ 2 ਉਦਾਸੀਆਂ ਦੇ ਬਾਰੇ ਪੜ੍ਹ ਚੁੱਕੇ ਹਾਂ। ਅੱਜ ਆਪਾਂ ਪੜ੍ਹਨਾ ਦਾ ਥਰਡ ਉਦਾਸੀ ਦੇ ਵਿੱਚ ਗੁਰੂ ਜੀ ਕਿੱਥੇ ਕਿੱਥੇ ਗਏ ਆ। ਆਫਟਰ ਸਪੈਂਡਿੰਗ ਸਮ ਟਾਈਮ ਐਟ ਸੁਲਤਾਨਪੁਰ ਲੋਧੀ ਵਿਦ ਹਿਸ ਫੈਮਲੀ, ਗੁਰੂ ਨਾਨਕ ਦੇਵ ਜੀ ਟਰੈਵਲ ਟੂ ਨਾਰਥ ਇੰਡੀਆ in the company of ਹਸੂ ਲੋਹਾਰ ਐਂਡ ਭਾਈ ਮਰਦਾਨਾ ਜੀ। ਅਤੇ ਹਸੂ ਲੋਹਾਰ ਦੇ ਨਾਲ ਜਿਹੜਾ ਹੈਗਾ ਏ ਗੁਰੂ ਜੀ ਨੇ ਇਹ ਥਰਡ ਉਦਾਸੀ ਹੈ ਜਿਹੜੀ ਸ਼ੁਰੂ ਕੀਤੀ। ਇਸ ਉਦਾਸੀ ਦੇ ਦੌਰਾਨ ਗੁਰੂ ਜੀ ਜਿਹੜੀਆਂ ਇੰਪੋਰਟੈਂਟ ਥਾਵਾਂ 'ਤੇ ਗਏ ਸੀ ਉਹ ਕਿਹੜੀਆਂ ਸੀ? ਇੱਕ ਹੋ ਗਿਆ ਗੋਰਖਮਤਾ, ਹਿੱਲੀ ਏਰੀਆਜ਼ ਦੇ ਵਿੱਚ ਬਿਲਾਸਪੁਰ ਮੰਡੀ, ਕਾਂਗੜਾ, ਕੁੱਲੂ, ਕਸ਼ਮੀਰ ਦੇ ਵਿੱਚ ਕੈਲਾਸ਼ ਪਰਬਤ, ਲਦਾਖ, ਕਾਰਗਿਲ, ਅਮਰਨਾਥ, ਮੁਲਤਾਨ, ਇਹ ਸਾਰੀਆਂ ਜਗ੍ਹਾਵਾਂ 'ਤੇ ਗੁਰੂ ਜੀ ਨੇ ਵਿਜ਼ਿਟ ਕੀਤਾ ਸੀ ਅਤੇ ਲੋਕਾਂ ਦੇ ਭਰਮ ਭੁਲੇਖੇ ਸੀ ਜਿਹੜੇ ਸਾਰੇ ਦੂਰ ਕੀਤੇ ਸੀ। ਜਿਸ ਤਰ੍ਹਾਂ ਦੇ ਨਾਲ ਗੋਰਖਮਤਾ ਦੇ ਵਿੱਚ ਸਿੱਧ ਜੋਗੀ ਹੁੰਦੇ ਸੀ, ਉਹ ਕੀ ਕਰਦੇ ਸੀ? ਆਪਣੇ ਸਰੀਰ ਉੱਪਰ ਸਵਾਹ ਵਗੈਰਾ ਮਲ ਲੈਂਦੇ ਸੀ, ਮੱਥੇ 'ਤੇ ਤਿਲਕ ਲਗਾਉਂਦੇ ਸੀ, ਤਾਂ ਦੁਨਿਆਵੀ ਕੰਮਾਂ ਤੋਂ ਉਹ ਜਿਹੜਾ ਸੀ ਦੂਰ ਰਹਿੰਦੇ ਹੁੰਦੇ ਸੀ ਅਤੇ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ। ਉਹਨਾਂ ਨੂੰ ਇਹ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਇਸ ਮੈਥਡ ਦੇ ਨਾਲ ਉਹ ਸਾਲਵੇਸ਼ਨ ਪ੍ਰਾਪਤ ਕਰ ਸਕਦੇ ਆ, ਮੁਕਤੀ ਪ੍ਰਾਪਤ ਕਰ ਸਕਦੇ ਆ। ਬਟ ਗੁਰੂ ਜੀ ਨੇ ਉਹਨਾਂ ਦਾ ਇਹ ਭੁਲੇਖਾ ਦੂਰ ਕੀਤਾ ਸੀ। ਗੁਰੂ ਜੀ ਨੇ ਕਿਹਾ ਸੀ ਕਿ they would not attain salvation by adopting unless customs like smearing their bodies with ashes ਦੇ ਨਾਲ ਸੁਆਹ ਦੇ ਨਾਲ ਆਪਦੀ ਬੋਡੀ ਨੂੰ ਜਿਹੜਾ ਹੈਗਾ ਇਹ ਵੀ ਪੂਰੀ ਕਵਰ ਕਰ ਲੈਣਾ, ਹੋਲਡਿੰਗ ਸਟਿਕਸ ਜਿਹੜੇ ਹੱਥਾਂ ਦੇ ਵਿੱਚ ਜਿਹੜੇ ਖੁੰਡੀਆਂ ਫੜ ਲੈਣੀਆਂ, ਸ਼ੇਵਿੰਗ ਹੈਡਸ ਸਿਰ ਮੁੰਨਵਾ ਲੈਣੇ, ਗਿਵਿੰਗ ਅਪ ਸੋਸ਼ਲ ਰਿਸਪੌਂਸਿਬਿਲਿਟੀ ਨੂੰ ਛੱਡ ਕੇ, ਸਮਾਜਿਕ ਜ਼ਿੰਮੇਵਾਰੀਆਂ ਨੂੰ ਛੱਡ ਕੇ ਤੁਹਾਨੂੰ ਸਾਲਵੇਸ਼ਨ ਕਦੇ ਵੀ ਪ੍ਰਾਪਤ ਨਹੀਂ ਹੋ ਸਕਦੀ। ਤੁਹਾਨੂੰ ਦੁਨਿਆਵੀ ਕੰਮਾਂ ਦੇ ਨਾਲ ਹੀ ਪਰਮਾਤਮਾ ਦੀ ਭਗਤੀ ਕਰਨੀ ਪਊਗੀ, ਤਾਂ ਹੀ ਜਾ ਕੇ ਜਿਹੜਾ ਹੈਗਾ ਵੀ ਤੁਹਾਨੂੰ ਇਹ ਸਾਲਵੇਸ਼ਨ ਹੈ ਜਿਹੜੀ ਉਹ ਪ੍ਰਾਪਤ ਹੋ ਸਕਦੀ ਹੈ। ਇਸੇ ਤਰੀਕੇ ਦੇ ਨਾਲ ਜਦੋਂ ਕੁਰੂਕਸ਼ੇਤਰ ਦੇ ਵਿੱਚ ਗੁਰੂ ਜੀ ਗਏ ਸੀ ਤਾਂ ਉਹਨਾਂ ਨੇ ਉੱਥੇ ਵੀ ਲੋਕਾਂ ਨੂੰ ਮੈਸੇਜ ਦਿੱਤਾ ਸੀ ਕਿ ਅ ਪਰਸਨ ਸ਼ੁੱਡ ਲੇ stress more on a purity of his mind and soul than on more purity of his physical appearance। ਗੁਰੂ ਜੀ ਕਹਿੰਦੇ ਕਿ ਇੱਕ ਪਰਸਨ ਨੂੰ ਜ਼ਿਆਦਾ ਜ਼ੋਰ ਕਾਹਦੇ 'ਤੇ ਦੇਣਾ ਚਾਹੀਦਾ ਹੈ? ਪਿਓਰਟੀ ਹੋਵੇ ਉਹਦੇ ਮਨ ਦੇ ਵਿੱਚ, ਉਹਦੀ ਆਤਮਾ ਦੇ ਵਿੱਚ, ਸੋਲ ਦੇ ਵਿੱਚ, ਨਾ ਕਿ ਉਹ ਫਿਜ਼ੀਕਲ ਅਪੀਅਰੈਂਸ ਦੀ ਪਿਓਰਟੀ ਵੱਲ ਧਿਆਨ ਦੇਵੇ। ਫਿਜ਼ੀਕਲ ਅਪੀਅਰੈਂਸ ਦੀ ਪਿਓਰਟੀ ਕੰਮ ਨਹੀਂ ਆਊਗੀ। ਸਾਲਵੇਸ਼ਨ ਦੀ ਪ੍ਰਾਪਤੀ ਦੇ ਵਾਸਤੇ, ਮੁਕਤੀ ਦੀ ਪ੍ਰਾਪਤੀ ਦੇ ਵਾਸਤੇ ਸਾਨੂੰ ਮਾਈਂਡ ਅਤੇ ਸੋਲ ਦਾ ਪਿਓਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਫੋਰਥ ਉਦਾਸੀ ਦੀ। ਫੋਰਥ ਉਦਾਸੀ ਦੇ ਵਿੱਚ ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਸੀ। ਗੁਰੂ ਜੀ ਟਰੈਵਲ ਟੂ ਵੈਸਟ ਏਸ਼ੀਆ ਦੇ ਵੱਲ ਨੂੰ ਗੁਰੂ ਜੀ ਨੇ ਟਰੈਵਲ ਕੀਤਾ ਸੀਗਾ। ਉਹ ਇਸ ਟਾਈਮ ਦੇ ਦੌਰਾਨ ਉਹਨਾਂ ਨੇ ਮੁਲਤਾਨ, ਉੱਚ, ਮੱਕਾ, ਮਦੀਨਾ, ਬਗਦਾਦ, ਕਾਬੁਲ, ਪਸ਼ਾਵਰ, ਕੰਧਾਰ, ਸੁਲਤਾਨਪੁਰ, ਸੈਯਦਪੁਰ, ਇਹ ਸਾਰੀਆਂ ਜਗ੍ਹਾਵਾਂ ਦੀ ਜਿਹੜੀ ਹੈਗੀ ਉਹਨਾਂ ਨੇ ਯਾਤਰਾ ਕੀਤੀ ਸੀ। ਇਸੇ ਤਰ੍ਹਾਂ ਜਦੋਂ ਗੁਰੂ ਜੀ ਮੱਕਾ ਦੇ ਵਿੱਚ ਪਹੁੰਚੇ ਆ ਤਾਂ ਉਹਨਾਂ ਨਾਲ ਰਿਲੇਟਡ ਵੀ ਬਹੁਤ ਪ੍ਰਸਿੱਧ ਇੱਕ ਜਿਹੜੀ ਕਹਾਣੀ ਹੈ ਆਪਣੇ ਕੋਲ ਹਮੇਸ਼ਾ ਹੀ ਆਪਾਂ ਯਾਦ ਕਰਦੇ ਹਾਂ ਕਿ ਐਟ ਮੱਕਾ ਹੀ ਸਲੈਪਟ ਵਿਦ ਹਿਜ਼ ਫੀਟ ਟੂਵਰਡ ਕਾਬਾ ਦੇ ਵੱਲ ਨੂੰ ਗੁਰੂ ਜੀ ਆਪਦੇ ਫੀਟ ਕਰਕੇ ਜਦੋਂ ਸੌਂ ਗਏ ਸੀ, ਕਾਜ਼ੀ ਰੁਕਨ ਉਦੀਨ ਓਬਜੈਕਟ ਟੂ ਇਟ, ਕਾਜ਼ੀ ਜਿਹੜਾ ਸੀ ਉਸ ਨੇ ਇਸ 'ਤੇ ਓਬਜੈਕਟ ਕੀਤਾ ਸੀ ਤਾਂ ਗੁਰੂ ਜੀ ਨੇ ਉਹਨੂੰ ਬਹੁਤ ਹੀ ਪੋਲਾਈਟਲੀ ਕੀ ਕਿਹਾ ਸੀ? ਯੂ ਮੇ ਟਰਨ ਮਾਈ ਫੀਟ ਟੂਵਰਡ ਦੈਟ ਡਾਇਰੈਕਸ਼ਨ ਵੇਅਰ ਅੱਲਾ ਇਜ਼ ਨਾਟ ਪ੍ਰੈਜ਼ੈਂਟ। ਗੁਰੂ ਜੀ ਕਹਿੰਦੇ ਤੁਸੀਂ ਮੇਰੇ ਪੈਰ ਉਸ ਡਾਇਰੈਕਸ਼ਨ ਵਿੱਚ ਕਰ ਦਿਓ ਜਿੱਥੇ ਕਿ ਅੱਲਾ ਪ੍ਰੈਜ਼ੈਂਟ ਨਹੀਂ ਹੈਗਾ। ਤਾਂ ਇਸ ਚੀਜ਼ ਨੂੰ ਸੁਣ ਕੇ ਕਾਜ਼ੀ ਵਾਜ਼ ਇਨਲਾਈਟਨਡ, ਕਾਜ਼ੀ ਨੂੰ ਫਿਰ ਗਿਆਨ ਹੋਇਆ ਐਂਡ ਹੀ ਰਿਅਲਾਈਜ਼ ਦੈਟ ਅੱਲਾ ਇਜ਼ ਦੇਅਰ ਨੋਟ ਓਨਲੀ ਇਨ ਮੱਕਾ ਬਟ ਹੀ ਇਜ਼ ਓਮਨੀ ਪ੍ਰੈਜ਼ੈਂਟ। ਅਤੇ ਉਸ ਨੂੰ ਇਹ ਫਿਰ ਰਿਅਲਾਈਜ਼ ਹੋਇਆ ਸੀ ਕਿ ਅੱਲਾ ਸਿਰਫ ਮੱਕਾ ਦੇ ਵਿੱਚ ਹੀ ਨਹੀਂ ਹੈਗਾ, ਸਗੋਂ ਦੀ ਕਣ ਕਣ ਦੇ ਵਿੱਚ ਮੌਜੂਦ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਏ ਗੁਰੂ ਜੀ ਨੇ ਜਿਹੜੀ ਜਗ੍ਹਾ 'ਤੇ ਵੀ ਗਏ ਆ ਉਸੇ ਜਗ੍ਹਾ 'ਤੇ ਹੀ ਲੋਕਾਂ ਨੂੰ, ਜਿਹੜੇ ਭੁੱਲੇ ਭਟਕੇ ਲੋਕ ਸੀ, ਉਹਨਾਂ ਨੂੰ ਸਹੀ ਦਿਸ਼ਾ ਹੈ ਜਿਹੜੀ ਦਿਖਾਈ। ਐਂਡ 'ਤੇ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਜੀ ਨੇ ਆਪਦਾ ਜੋ ਲਾਸਟ ਵਾਲਾ ਟਾਈਮ ਸੀ ਉਹ ਸਪੈਂਡ ਕੀਤਾ ਸੀਗਾ। ਟਿਲ ਹਿਜ਼ ਲਾਸਟ ਬਰੀਥ ਹੀ ਸਟੇਡ ਦੇਅਰ, ਉਹ ਲਾਸਟ ਬਰੀਥ ਤੱਕ ਵੀ ਉੱਥੇ ਰਹੇ ਸੀਗੇ। ਡਿਊਰਿੰਗ ਦਿਸ ਪੀਰੀਅਡ ਗੁਰੂ ਜੀ ਗੇਵ ਹਿਜ਼ ਟੀਚਿੰਗ ਅ ਡੈਫੀਨਾਈਟ ਸ਼ੇਪ। ਹੀ ਰੋਟ ਬਾਣੀਜ਼ ਲਾਈਕ ਵਾਰਮਲਾਰ,
ਵਾਰ ਮਾਝ, ਵਾਰ ਆਸਾ, ਜਪਜੀ ਸਾਹਿਬ, ਓਂਕਾਰ, ਪੱਟੀ, ਥਿੱਤ, ਬਾਰਾਂਮਾਹ, ਇਹ ਸਾਰੀਆਂ ਬਾਣੀਆਂ ਗੁਰੂ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਰਹਿ ਕੇ ਹੀ ਰਚੀਆਂ ਸੀਗੀਆਂ। ਨਾਲ ਨਾਲ ਗੁਰੂ ਨਾਨਕ ਦੇਵ ਜੀ ਇੰਟਰੋਡਿਊਸ ਦਾ ਸਿਸਟਮ ਆਫ ਸੰਗਤ ਐਂਡ ਪੰਗਤ ਐਂਡ ਗੇਵ ਇਟ ਅ ਪੋਲੀਟੀਕਲ ਸ਼ੇਪ। ਸੰਗਤ ਤੇ ਪੰਗਤ ਨੂੰ ਇੰਟਰੋਡਿਊਸ ਕੀਤਾ ਸੀ, ਜਿਸ ਨੂੰ ਆਪਾਂ ਅੱਜ ਬਹੁਤ ਚੰਗੇ ਤਰੀਕੇ ਦੇ ਨਾਲ ਸਾਰੇ ਹੀ ਜਾਣਦੇ ਹਾਂ। ਇਟ ਹੈਲਪਡ ਰਿਮੂਵ ਦਾ ਡਿਸਪੈਰਿਟੀ ਬਿਟਵੀਨ ਦਾ ਹਾਈ ਐਂਡ ਦਾ ਲੋ ਸਟ੍ਰੈਟਾ ਅਮੰਗ ਮੈਨਕਾਈਂਡ। ਲੋਕਾਂ ਦੇ ਵਿੱਚ ਉੱਚੇ ਤੇ ਨੀਵੇਂ ਦੀ ਭਾਵਨਾ ਨੂੰ ਇਹ ਸੰਗਤ ਤੇ ਪੰਗਤ ਦੀ ਪ੍ਰਥਾ ਨੇ ਬਿਲਕੁਲ ਖਤਮ ਕਰ ਦਿੱਤਾ ਸੀਗਾ, ਕਿਉਂਕਿ ਜਿਸ ਨੇ ਵੀ ਸੰਗਤ ਕਰਨੀ ਸੀ ਉਹ ਵੀ ਸਾਰੇ ਲੋਕਾਂ ਦੇ ਨਾਲ ਹੀ ਇੱਕ ਲਾਈਨ ਜਿਹੜਾ ਹੈਗਾ ਵੀ ਇੱਕੋ ਜਗ੍ਹਾ ਦੇ ਵਿੱਚ ਇੱਕੋ ਸੰਗਤ ਦੇ ਵਿੱਚ ਉਸ ਨੂੰ ਬੈਠਣਾ ਪੈਂਦਾ ਸੀ, ਤੇ ਜਿਸ ਨੇ ਲੰਗਰ ਛਕਣਾ ਸੀ ਉਹ ਵੀ ਇੱਕੋ ਕਤਾਰ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਸਾਰੀਆਂ ਜਾਤਾਂ ਦੇ ਲੋਕਾਂ ਦੇ ਨਾਲ ਲੰਗਰ ਛਕ ਸਕਦਾ ਸੀ। ਇਸ ਤਰੀਕੇ ਨਾਲ ਲੋਕਾਂ ਵਿੱਚ ਊਚ ਨੀਚ ਦੀ ਭਾਵਨਾ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਸੀ। ਉਸ ਤੋਂ ਬਾਅਦ ਅੱਗੇ ਆਪਾਂ ਪੜ੍ਹਦੇ ਹਾਂ ਟੀਚਿੰਗਸ ਆਫ ਗੁਰੂ ਨਾਨਕ ਦੇਵ ਜੀ, ਗੁਰੂ ਜੀ ਦੀਆਂ ਟੀਚਿੰਗਸ ਦੇ ਬਾਰੇ। Guru Nanak Dev Ji did not preach deep abstruse philosophy, rather he expressed his teaching associated with ਪ੍ਰੈਕਟੀਕਲ ਐਂਡ ਰਿਲੀਜੀਅਸ ਲਾਈਫ ਇਨ ਅ ਸਿੰਪਲ ਵੇ। ਉਹਨਾਂ ਨੇ ਕੋਈ ਜਿਹੜੀ ਹੈਗੀ ਆ ਡੂੰਘੀ ਕੋਈ ਫਿਲੋਸਫੀ ਜਿਹੜੀ ਹੈਗੀ ਆਪਾਂ ਨੂੰ ਨਹੀਂ ਦਿੱਤੀ ਹੈਗੀ। ਉਹਨਾਂ ਨੇ ਸਿਰਫ ਉਹ ਟੀਚਿੰਗ ਦਿੱਤੀਆਂ ਜਿਹੜੀਆਂ ਆਪਣੀਆਂ ਪ੍ਰੈਕਟੀਕਲ ਧਾਰਮਿਕ ਲਾਈਫ ਦੇ ਨਾਲ ਜੁੜੀਆਂ ਹੋਈਆਂ ਤੇ ਹਰੇਕ ਆਦਮੀ ਦੀ ਸਮਝ ਦੇ ਵਿੱਚ ਆਉਣ ਵਾਲੀਆਂ ਹੁੰਦੀਆਂ ਏ। ਉਹਨਾਂ ਨੇ ਟੀਚਿੰਗਸ ਜਿਹੜੀਆਂ ਸਪਰੈਡ ਕੀਤੀਆਂ ਇਨ ਦਾ ਲੈਂਗੁਏਜ ਆਫ ਪੀਪਲ, ਲੋਕਾਂ ਦੀ ਲੈਂਗੁਏਜ ਦੇ ਵਿੱਚ ਸਿੰਪਲ ਭਾਸ਼ਾ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਇਹ ਟੀਚਿੰਗਸ ਦਿੱਤੀਆਂ। ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਹੈ ਕੰਸੈਪਟ ਆਫ ਗੋਡ। ਗੁਰੂ ਨਾਨਕ ਦੇਵ ਜੀ ਹੈ ਡੀਪ ਫੇਥ ਇਨ ਗੋਡ ਇਨ ਬਿਗਨਿੰਗ ਦਾ ਜਪਜੀ ਸਾਹਿਬ। ਜਪਜੀ ਸਾਹਿਬ ਦੀ ਬਿਗਨਿੰਗ ਦੇ ਵਿੱਚ ਮੇਨ ਹਾਈਮਨ ਕੀ ਹੈ, ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਪਹਿਲੀ ਪੌੜੀ ਦੇ ਵਿੱਚ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹ ਜੋ ਪਹਿਲੀ ਪੌੜੀ ਆ ਉਸ ਦੇ ਵਿੱਚ ਹੀ ਗੁਰੂ ਜੀ ਨੇ ਸਾਰਾ ਹੀ ਗੋਡ ਦਾ ਕੰਸੈਪਟ ਆ ਜਿਹੜਾ ਉਹਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਕਲੀਅਰ ਕੀਤਾ ਹੈ। ਗੋਡ ਇਜ਼ ਓਮਨੀ ਪ੍ਰੈਜ਼ੈਂਟ ਐਂਡ ਓਮਨੀ ਪੋਟੈਂਟ। ਗੁਰੂ ਜੀ ਦੇ ਅਕੋਰਡਿੰਗ ਗੋਡ ਕਣ ਕਣ ਦੇ ਵਿੱਚ ਵਸਦਾ ਏ। ਹੀ ਕੈਨ ਨਾਟ ਇੰਪ੍ਰਿਜ਼ਨਡ ਇਨ ਐਨੀ ਟੈਂਪਲ ਔਰ ਮੋਸਕਿਊ। ਕਿਸੇ ਟੈਂਪਲ ਦੇ ਵਿੱਚ ਕਿਸੇ ਮਸਜਿਦ ਦੇ ਵਿੱਚ ਜਿਹੜਾ ਹੈਗਾ ਏ ਪਰਮਾਤਮਾ ਨਹੀਂ ਹੈਗਾ। ਹੀ ਲਿਵਸ ਇਨ ਆਲ ਬੀਇੰਗ ਆਫ ਦਾ ਵਰਲਡ। ਉਹ ਸਾਰੇ ਹੀ ਇਨਸਾਨਾਂ ਦੇ ਵਿੱਚ ਵਸਦਾ ਏ ਤੇ ਨਾਲ ਨਾਲ ਬੋਥ ਫਾਰਮਸ ਆ ਉਹਦੀਆਂ ਨਿਰਗੁਣ ਤੇ ਸਰਗੁਣ। ਗੋਡ ਇਜ਼ ਗ੍ਰੇਟ ਐਂਡ ਸੁਪਰੀਮ। ਗ੍ਰੇਟ ਤੇ ਸੁਪਰੀਮ ਦਾ ਮਤਲਬ ਕੀ ਹੈ ਗੁਰੂ ਜੀ ਦਾ ਕਿ ਇਟ ਇਜ਼ ਨਾਟ ਪੋਸੀਬਲ ਫॉर ਅ ਮੈਨ ਟੂ ਡਿਸਕ੍ਰਾਈਬ ਦਾ ਗ੍ਰੇਟਨੈਸ ਐਂਡ ਸੁਪਰਮੇਸੀ ਆਫ ਗੋਡ। ਆਦਮੀ ਦੇ ਵਾਸਤੇ ਪੋਸੀਬਲ ਨਹੀਂ ਹੈਗਾ ਕਿ ਉਹ ਪਰਮਾਤਮਾ ਦੀਆਂ ਸੁਪਰਮੇਸੀ ਜਾਂ ਉਹਦੀ ਜਿਹੜੀ ਗ੍ਰੇਟਨੈਸ ਆ ਮਹਾਨਤਾ ਹੈ ਉਹਨੂੰ ਡਿਸਕ੍ਰਾਈਬ ਕਰ ਸਕੇ। ਮੈਨੀ ਪੀਪਲ ਪ੍ਰੇਜ਼ਡ ਗੋਡ ਇਨ ਦੇਅਰ ਸੌਂਗਸ ਇਨ ਥਾਊਜ਼ੈਂਡ ਆਫ ਬੁੱਕਸ ਹਿਸ ਗ੍ਰੇਟਨੈਸ ਐਂਡ ਸੁਪਰਮੇਸੀ ਦੇ ਵਾਸਤੇ ਬਹੁਤ ਸਾਰੀਆਂ ਕਿਤਾਬਾਂ ਛਪੀਆਂ ਏ, ਬਹੁਤ ਸਾਰੇ ਲੋਕ ਉਹਨਾਂ ਨੂੰ ਸੌਂਗਸ ਦੇ ਵਿੱਚ ਪ੍ਰੇਜ਼ ਕਰਦੇ ਆ, ਬਟ ਉਸ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੋਡ ਇਜ਼ ਫਾਰਮਲੈਸ। ਅਕੋਰਡਿੰਗ ਟੂ ਗੁਰੂ ਨਾਨਕ ਦੇਵ ਜੀ ਗੋਡ ਇਜ਼ ਫਾਰਮਲੈਸ। ਹੀ ਹੈਜ਼ ਨੋ ਕਲਰ, ਨੋ ਫਾਰਮ, ਨੋ ਸ਼ੇਪ। ਤਾਂ ਇਸ ਤਰੀਕੇ ਦੇ ਨਾਲ ਗੁਰੂ ਜੀ ਦਾ ਕਹਿੰਦੇ ਕਿ ਪਰਮਾਤਮਾ ਦਾ ਕੋਈ ਰੰਗ ਭੇਦ ਜੋ ਸ਼ੇਪ ਕੋਈ ਫਾਰਮ ਨਹੀਂ ਹੈਗੀ। ਉਹ ਕੀ ਆ? ਹੀ ਇਜ਼ ਅਜੂਨੀ। ਉਹ ਅਜੂਨੀ ਹੈ। ਹੀ ਡਜ਼ ਨਾਟ ਟੇਕ ਬਰਥ। ਉਹ ਬਰਥ ਨਹੀਂ ਲੈਂਦਾ, ਨਾ ਹੀ ਉਸ ਦੀ ਮੌਤ ਹੁੰਦੀ ਹੈ। ਉਹ ਅਜੂਨੀ ਹੈ, ਅਮਰ ਹੈ। ਗੋਡ ਇਜ਼ ਮਰਸੀਫੁਲ। ਗੁਰੂ ਜੀ ਕੀ ਕਹਿੰਦੇ ਆ ਕਿ ਗੋਡ ਮਰਸੀਫੁਲ ਆ, ਪੂਰਾ ਦਿਆਲੂ ਆ। ਹੀ ਨੋਟ ਓਨਲੀ ਲੁੱਕ ਆਫਟਰ ਹਿਜ਼ ਪੀਪਲ ਬਟ ਆਲਸੋ ਪ੍ਰੋਵਾਈਡ ਦੈਮ ਥਿੰਗਸ ਵਿਚ ਆਰ ਨੈਸੈਸਰੀ ਫॉर ਲਿਵਿੰਗ। ਉਹ ਸਿਰਫ ਆਪਣੇ ਲੋਕਾਂ ਦਾ ਧਿਆਨ ਨਹੀਂ ਰੱਖਦਾ, ਬਲਕਿ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਦਾ ਜਿਹੜੀਆਂ ਕਿ ਉਹਨਾਂ ਦੀ ਲਿਵਿੰਗ ਦੇ ਵਾਸਤੇ ਜ਼ਰੂਰੀ ਹੁੰਦੀਆਂ ਏ, ਜਿਹੜੀਆਂ ਕਿ ਉਹਨਾਂ ਦੇ ਜਿਉਂਦੇ ਰਹਿਣ ਵਾਸਤੇ ਜ਼ਰੂਰੀ ਹੈ। ਸੋ ਅਕੋਰਡਿੰਗ ਟੂ ਗੁਰੂ ਨਾਨਕ ਦੇਵ ਜੀ ਵਟ ਐਵਰ ਮੈਨ ਗੈਟਸ ਥਰੂ ਹਿਜ਼ ਬਲੈਸਿੰਗ। ਅਤੇ ਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੀ ਬਲੈਸਿੰਗ ਦੇ ਨਾਲ ਆਦਮੀ ਕੁਛ ਵੀ ਪ੍ਰਾਪਤ ਕਰ ਸਕਦਾ ਹੈ। ਅਗਲਾ ਕੰਸੈਪਟ ਸੀ ਉਹਨਾਂ ਦਾ ਇੰਪੋਰਟੈਂਸ ਆਫ ਹੁਕਮ। ਹੁਕਮ ਦੀ ਕੀ ਮਹੱਤਤਾ ਹੈ ਇੱਕ ਆਦਮੀ ਦੀ ਜ਼ਿੰਦਗੀ ਦੇ ਵਿੱਚ। ਕਹਿੰਦੇ ਹਮੇਸ਼ਾ ਹੀ ਗੁਰੂ ਜੀ ਕੀ ਕਹਿੰਦੇ ਆ ਕਿ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਪਰਮਾਤਮਾ ਦੇ ਹੁਕਮ ਦੀ। ਅਕੋਰਡਿੰਗ ਟੂ ਹਿਮ ਦਾ ਵਰਲਡ ਗੋਜ਼ ਔਨ ਵਿਦ ਹਿਜ਼ ਹੁਕਮ। ਜਿਹੜਾ ਪੂਰਾ ਵਰਲਡ ਆ ਉਹ ਪਰਮਾਤਮਾ ਦੇ ਹੁਕਮ ਦੇ ਨਾਲ ਚੱਲਦਾ ਹੈ। ਵੀ ਸ਼ੁੱਡ ਅਸੈਪਟ ਹਿਜ਼ ਹੁਕਮ
Guru Ji writes in Japji Sahib that who accept the hukum of God is spiritually inclined toward him। ਜਿਹੜਾ ਵੀ ਗੁਰੂ ਜੀ ਕਹਿੰਦੇ ਕਿ ਸਾਨੂੰ ਪਰਮਾਤਮਾ ਦਾ ਹੁਕਮ ਹੈ ਜਿਹੜਾ ਮੰਨਣਾ ਪੈਂਦਾ, ਆਪਾਂ ਕਹਿੰਦੇ ਪਰਮਾਤਮਾ ਦਾ ਭਾਣਾ ਮੰਨਣਾ ਪੈਂਦਾ। ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਜੀ ਨੇ ਲਿਖਿਆ ਕਿ ਜੋ ਹੁਕਮ ਗੁਰੂ ਜੀ ਦਾ ਹੁੰਦਾ ਹੈ, ਪਰਮਾਤਮਾ ਦਾ ਜੋ ਹੁਕਮ ਹੈ, ਜੇਕਰ ਉਸ ਨੂੰ ਆਪਾਂ ਸਪਿਰਚੁਅਲੀ ਆਤਮਿਕ ਤੌਰ 'ਤੇ ਮੰਨ ਲੈਂਦੇ ਹਾਂ ਤਾਂ ਆਪਾਂ ਪਰਮਾਤਮਾ ਦੇ ਨੇੜੇ ਚਲੇ ਜਾਂਦੇ ਹਾਂ। ਆਪਾਂ ਨੂੰ ਕੀ ਹੈ ਕਿ ਪਰਮਾਤਮਾ ਦਾ ਹਮੇਸ਼ਾ ਨਾਮ ਸਿਮਰਨ ਕਰਨਾ ਚਾਹੀਦਾ ਹੈ, ਉਹਨਾਂ ਦੇ ਅੱਗੇ ਸੈਲਫ ਸਰੈਂਡਰ ਕਰਨਾ ਚਾਹੀਦਾ ਹੈ, ਆਪਣਾ ਆਪ ਸਮਰਪਣ ਕਰ ਦੇਣਾ ਚਾਹੀਦਾ ਹੈ। ਅਤੇ ਅੱਗੇ ਗੁਰੂ ਜੀ ਕਹਿੰਦੇ ਕਿ ਗੁਰੂ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਗੁਰੂ ਹੁੰਦਾ ਹੈ ਜਿਹੜਾ ਕਿ ਆਪਾਂ ਨੂੰ ਡੀਪ ਡਾਰਕਨੈਸ ਦੇ ਵਿੱਚੋਂ ਕੱਢ ਕੇ ਆਪਾਂ ਨੂੰ ਪਰਮਾਤਮਾ ਦੇ ਵੱਲ ਨੂੰ ਜੋੜ ਸਕਦਾ ਹੁੰਦਾ ਹੈ। ਅਤੇ ਕਰਮ ਦੀ ਥਿਊਰੀ ਦੇ ਵਿੱਚ ਕਹਿੰਦੇ ਯਕੀਨ ਰੱਖਣਾ ਚਾਹੀਦਾ ਹੈ ਕਿ ਜੋ ਸਾਨੂੰ ਕਰਮ ਹੈ ਜਿਹੜੇ ਸਾਡੇ ਚੰਗੇ ਹੋਣੇ ਚਾਹੀਦੇ ਆ, ਕੰਮ ਚੰਗੇ ਹੋਣੇ ਚਾਹੀਦੇ ਆ, ਤਾਂ ਹੀ ਕਰਕੇ ਅਸੀਂ ਅੱਗੇ ਪਰਮਾਤਮਾ ਨੂੰ ਮਿਲ ਸਕਦੇ ਹਾਂ ਅਤੇ ਆਪਣਾ ਜੂਨ ਸੁਧਾਰ ਸਕਦੇ ਹਾਂ। ਗੁਰੂ ਜੀ ਬ੍ਰਦਰਹੁੱਡ ਦੇ ਵਿੱਚ ਬਲੀਵ ਕਰਦੇ ਸੀ ਕਿ ਹਮੇਸ਼ਾ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ, ਇੱਕ ਦੂਸਰੇ ਦੀ ਹੈਲਪ ਕਰਨੀ ਚਾਹੀਦੀ ਆ। ਜਦੋਂ ਉਹਨਾਂ ਨੂੰ ਇਨਲਾਈਟਮੈਂਟ ਮਿਲੀ ਸੀ, ਗਿਆਨ ਦੀ ਪ੍ਰਾਪਤੀ ਹੋਈ ਸੀ, ਤਾਂ ਉਹਨਾਂ ਨੇ ਕਿਹਾ ਸੀ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਜਾਤ ਪਾਤ ਨਹੀਂ, ਸਭ ਪਰਮਾਤਮਾ ਦੇ ਹੀ ਬੱਚੇ ਆ। ਉਹਨਾਂ ਨੇ ਕਿਹਾ ਕਿ ਨੈਤਿਕਤਾ ਹਮੇਸ਼ਾ ਹੋਣੀ ਚਾਹੀਦੀ ਆ, ਮੋਰੈਲਿਟੀ ਹੈ ਜਿਹੜੀ ਆਦਮੀ ਦੇ ਵਿੱਚ ਹੋਣੀ ਚਾਹੀਦੀ ਆ, ਕਰੈਕਟਰ ਉੱਚਾ ਹੋਣਾ ਚਾਹੀਦਾ ਹੈ। ਨਾਲ ਨਾਲ ਗੁਰੂ ਜੀ ਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ ਕਿ ਜਾਤ ਪਾਤ ਦੇ ਭੇਦਭਾਵ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜੋ ਫਾਲਸ ਰਿਚੁਅਲ ਆ, ਰੀਤੀ ਰਿਵਾਜ ਆ, ਜਿਹੜੇ ਝੂਠੇ ਖੋਖਲੇ ਰੀਤੀ ਰਿਵਾਜ ਆ, ਜਿਹੜੇ ਜੋ ਸਮਾਜ ਨੂੰ ਖੋਖਲਾ ਬਣਾ ਰਹੇ ਆ, ਉਹਨਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ। ਸਿਰਫ ਦੁਨਿਆਵੀ ਕੰਮਾਂ ਨੂੰ ਕਰਦੇ ਹੋਏ ਸੱਚੇ ਮਨ ਦੇ ਨਾਲ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ।